नमस्कार खबरां दे इस बुलेटिन च तुहाडा स्वागत। मैं रजनी। पहला पेश ने 94 खबरां। प्रधानमंत्री नरेंद्र मोदी ने एसोचैम फाउंडेशन वीक समागम नूं कीता संबोधन। प्रधानमंत्री ने कहा है कि सरकार ਵੱਲੋਂ ਵੱਖ-ਵੱਖ ਖੇਤਰਾਂ ਦੇ ਵਿੱਚ ਸੁਧਾਰਾਂ ਬਾਅਦ ਭਾਰਤ ਪ੍ਰਤੀ ਵਿਸ਼ਵ ਦੀ ਸੋਚ ਬਦਲੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨੌਜਵਾਨਾਂ ਨੂੰ ਦੇਸ਼ ਦੇ ਫੌਜੀ ਇਤਿਹਾਸ ਦਾ ਗਿਆਨ ਪ੍ਰਾਪਤ ਕਰਨ ਦੀ ਕੀਤੀ ਅਪੀਲ। ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਕੋਵਿਡ-19 ਦਾ ਟੀਕਾ ਲਗਾਉਣਾ ਵਿਅਕਤੀ ਦੀ ਸਵੈ ਇੱਛਾ ਤੇ ਨਿਰਭਰ ਕਰੇਗਾ। ਜੰਮੂ ਕਸ਼ਮੀਰ ਦੇ ਜ਼ਿਲ੍ਹਾ ਵਿਕਾਸ ਕੌਂਸਲ ਦੇ 28 ਹਲਕਿਆਂ ਦੇ ਵਿੱਚ 8ਵੇਂ ਅਤੇ ਆਖਰੀ ਪੜਾਅ ਤਹਿਤ ਵੋਟਾਂ ਪਾਉਣ ਦਾ ਕੰਮ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਦੇ ਲਈ ਝੋਨੇ ਦੀ ਪਰਾਲੀ ਤੇ ਆਧਾਰਿਤ ਭਾਰਤ ਦੇ ਪਹਿਲੇ ਮਾਰਕੀਟਿੰਗ ਪਲਾਂਟ ਦਾ ਕੀਤਾ ਉਦਘਾਟਨ। ਤੇ ਹੁਣ ਖਬਰਾਂ ਵਿਸਥਾਰ ਨਾਲ। प्रधानमंत्री नरेंद्र मोदी ने कहा है कि विश्व की भारत बारे सोच बदली है तो हुण विश्व के सारे देश इस वाल मान सन्मान ते निवेश के लिए मौकों के देश वजों देख रहे हैं। वो अज एसोचैम फाउंडेशन वीक के समागम विच बोल रहे सन। उन्होंने कहा है कि इस वेले विश्व चौथी उद्योगिक क्रांति वाल वध रहा है। उन्होंने कहा है कि भारत वालों कीते वख-वख सुधारां की सफलता तो बाद दुनिया की सोच सकारात्मक हो गई है। अपने भाषण दे विच प्रधानमंत्री ने देश के विकास विच एसोचैम वालों आजादी तो पहला ते बाद पाए योगदान की शलाघा की। उन्होंने कहा कि हुण आत्मनिर्भर भारत का सुपना साकार करना महत्वपूर्ण तो है ही, पर इसनूं जिन्ना जल्दी हो सके प्राप्त करने लई यतन करने चाहिए ने। प्रधानमंत्री ने देश के ਵੱਖ-ਵੱਖ ਖੇਤਰਾਂ ਦੇ ਵਿੱਚ सरकार ਵੱਲੋਂ ਕੀਤੇ ਸੁਧਾਰਾਂ ਦਾ ਵਿਸ਼ੇਸ਼ ਤੌਰ ਤੇ ਵਰਣਨ ਕੀਤਾ। उन्होंने कहा है कि विदेशी निवेश के लिए नियम नरम किए जा रहे हैं। खोज ते विकास कामां वाल विशेष ध्यान दिता जा रहा है। विश्व के मुकाबले टैक्स नियमां विच भी तब्दीलियां कीतियां गईयां ने। उन्होंने कहा कि पहला जिहड़े देश भारत दे विच निवेश करन तो पहला ये पुछदे सन कि भारत विच क्यों। हुण इन्हां सुधारां तो बाद उन्होंने अपनी सोच बदल के ये कहना शुरू कर दिता है कि भारत विच क्यों नहीं। प्रधानमंत्री ने कहा कि 6 महीने पहला जिहड़े खेती कानूनां दे विच सुधार किए गए सन उन्हां दा लाभ किसानां नूं मिल रहा है। उन्होंने कहा कि भारत के नौजवान उद्यमियों वालों शुरू किए गए स्टार्टअप्स दुनिया दे विच नामना खट रहे हैं। उन्होंने कहा है कि विश्व के देश हुण भारत के अर्थचारे ते भरोसा करते हैं। जमाने में हमारे यहाँ जो परिस्थितियां थी उसके बाद कहा जाने लगा था वाई इंडिया। अब जो रिफॉर्म्स देश में हुए हैं उनका जो प्रभाव दिखा है उसके बाद कहा जा रहा है वाई नॉट इंडिया। इस मौके प्रधानमंत्री ने उगे सनअतकार रतन टाटा नूं एसोचैम इंटरप्राइज ऑफ द ईयर सन्मान प्रदान किया। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨੌਜਵਾਨਾਂ ਨੂੰ ਦੇਸ਼ ਦੇ ਫੌਜੀ ਇਤਿਹਾਸ ਦਾ ਗਿਆਨ ਪ੍ਰਾਪਤ ਕਰਨ ਦੀ ਅਪੀਲ ਕੀਤੀ। ਉਹ ਕੱਲ੍ਹ ਨਵੀਂ ਦਿੱਲੀ ਦੇ ਵਿੱਚ ਚੌਥੇ ਫੌਜੀ ਸਾਹਸ ਉਤਸਵ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਹੈ ਕਿ ਅਜਿਹੀਆਂ ਨਵੀਨਤਮ ਪਹਿਲਕਦਮੀਆਂ ਲੋਕਾਂ ਨੂੰ ਆਮ ਤੌਰ ਤੇ ਅਤੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਸਾਡੀਆਂ ਹਥਿਆਰਬੰਦ ਫੌਜਾਂ ਵੱਲੋਂ ਲੜੀਆਂ ਲੜਾਈਆਂ ਦਾ ਗਿਆਨ ਪ੍ਰਾਪਤ ਕਰਨ ਦੇ ਲਈ ਮੌਕਾ ਮੁਹੱਈਆ ਕਰਦੀਆਂ ਨੇ ਅਤੇ ਨੌਜਵਾਨ ਬਜ਼ੁਰਗਾਂ ਦੇ ਤਜਰਬਿਆਂ ਤੋਂ ਉਤਸ਼ਾਹਿਤ ਹੋ ਕੇ ਦੇਸ਼ ਭਗਤੀ ਦੇ ਜੋਸ਼ ਵਿੱਚ ਲੀਨ ਹੁੰਦੇ ਨੇ। ਫੌਜੀ ਇਤਿਹਾਸ ਦੇ ਮਹੱਤਵ ਤੇ ਜ਼ੋਰ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰੱਖਿਆ ਮੰਤਰਾਲਿਆ ਦਾ ਚਾਰਜ ਲੈਣ ਦੇ ਤੁਰੰਤ ਬਾਅਦ ਉਨ੍ਹਾਂ ਨੇ ਇੱਕ ਕਮੇਟੀ ਦਾ ਗਠਨ ਕੀਤਾ ਸੀ ਤਾਂ ਜੋ ਦੇਸ਼ ਦੇ ਸਰਹੱਦੀ ਇਤਿਹਾਸ ਬਾਰੇ ਲਿਖਣ ਦੇ ਕੰਮ ਨੂੰ ਅੱਗੇ ਤੋਰਿਆ ਜਾਵੇ। ਇਸ ਦਾ ਮੰਤਵ ਉੱਥੇ ਲੜੀਆਂ ਲੜਾਈਆਂ ਤੇ ਧਿਆਨ ਕੇਂਦਰਿਤ ਕਰਕੇ ਸਰਹੱਦੀ ਇਤਿਹਾਸ ਨੂੰ ਭਵਿੱਖਤ ਪੀੜ੍ਹੀਆਂ ਤੱਕ ਲਾਭ ਪਹੁੰਚਾਉਣਾ ਅਤੇ ਸੈਨਿਕਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਆਮ ਲੋਕਾਂ ਦੁਆਰਾ ਆਸਾਨੀ ਦੇ ਨਾਲ ਪੜ੍ਹਨਯੋਗ ਤੇ ਸਮਝਣਯੋਗ ਭਾਸ਼ਾ ਦੇ ਵਿੱਚ ਪਹੁੰਚਾਉਣਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਇਸ ਸਾਲ ਦਾ ਫੌਜੀ ਸਾਹਸ ਉਤਸਵ 1971 ਜੰਗ ਦੀ 50ਵੀਂ ਵਰ੍ਹੇਗੰਢ ਦੇ ਵਿਜੇ ਦਿਵਸ ਜਸ਼ਨਾਂ ਦੇ ਨਾਲ ਮੇਲ ਖਾਂਦਾ ਹੈ, ਜਿਸ ਦੌਰਾਨ ਸਾਡੇ ਬਹਾਦਰ ਫੌਜੀਆਂ ਵੱਲੋਂ ਦਿਖਾਈ ਗਈ ਬਹਾਦਰੀ ਅੱਜ ਵੀ ਇੱਕ ਚੰਗੀ ਮਿਸਾਲ ਹੈ। ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਨ ਦੇ ਮੌਕੇ ਤੇ ਉਹਨਾਂ ਦੇ ਤਜਰਬਿਆਂ ਬਾਰੇ ਗਿਆਨ ਨੂੰ ਸਿੱਧਾ ਉਹਨਾਂ ਦੇ ਕੋਲੋਂ ਪ੍ਰਾਪਤ ਕਰਨ ਦੇ ਮੌਕੇ ਨੂੰ ਖੁੰਝਣ ਨਾ ਦੇਣ। ਉਹਨਾਂ ਕਿਹਾ ਕਿ ਨਵੀਂ ਟੈਕਨੋਲੋਜੀ ਅਤੇ ਸਮੇਂ ਦੇ ਬਦਲਾਅ ਦੇ ਨਾਲ ਜੰਗ ਦੇ ਤਰੀਕੇ ਬਦਲ ਰਹੇ ਨੇ। ਉਹਨਾਂ ਕਿਹਾ ਕਿ ਸਾਨੂੰ ਆਧੁਨਿਕ ਟੈਕਨੋਲੋਜੀ ਵੱਲੋਂ ਪੇਸ਼ ਨਵੀਆਂ ਸੁਰੱਖਿਆ ਚੁਣੌਤੀਆਂ ਬਾਰੇ ਚੇਤਨ ਰਹਿਣ ਦੀ ਲੋੜ ਹੈ। ਇਸ ਸਮਾਗਮ ਨੂੰ ਪੰਜਾਬ ਦੇ ਰਾਜਪਾਲ VP ਸਿੰਘ ਬਦਨੌਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਨਵਾਂ ਭਾਰਤ ਦੇਸ਼ ਤੇ ਹਮਲਾ ਕਰਨ ਵਾਲਿਆਂ ਖਿਲਾਫ ਢੁਕਵਾਂ ਜਵਾਬ ਦੇਣ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਕਿਹਾ ਹੈ ਕਿ ਜੰਗ ਦੇ ਤਰੀਕੇ ਤੇ ਰਣਨੀਤੀਆਂ ਬਦਲ ਰਹੀਆਂ ਨੇ। ਉਨ੍ਹਾਂ ਨੇ 에ਅਰ ਫੋਰਸ ਦੇ ਨਵੇਂ ਕਮਿਸ਼ਨ ਫਲਾਈਂਗ ਆਫੀਸਰਸ ਨੂੰ ਸਾਈਬਰ ਸਪੇਸ ਜੰਗ ਵਰਗੀਆਂ ਉੱਭਰ ਰਹੀਆਂ ਚੁਣੌਤੀਆਂ ਦੇ ਲਈ ਆਪਣੇ ਆਪ ਨੂੰ ਤਿਆਰ ਕਰਨ ਦੇ ਲਈ ਕਿਹਾ। ਉਹ ਅੱਜ ਹੈਦਰਾਬਾਦ ਨੇੜੇ 에ਅਰ ਫੋਰਸ ਅਕੈਡਮੀ ਦੁੰਡੀਕਲ ਵਿਖੇ ਨਵੇਂ ਕਮਿਸ਼ਨ ਆਫੀਸਰਸ ਦੀ ਸਿਖਲਾਈ ਮੁਕੰਮਲ ਹੋਣ ਉਪਰੰਤ ਕੀਤੇ ਸਮਾਗਮ ਦੇ ਵਿੱਚ ਬੋਲ ਰਹੇ ਸਨ। ਭਾਰਤ ਤੇ ਚੀਨ ਵਿਚਾਲੇ ਉੱਤਰੀ ਖੇਤਰ ਦੇ ਵਿੱਚ ਹਾਲ ਹੀ ਦੇ ਵਿੱਚ ਹੋਏ ਤਣਾਅ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਇੱਕ ਅਮਨ ਪਸੰਦ ਮੁਲਕ ਹੈ ਤੇ ਜੇਕਰ ਕੋਈ ਦੇਸ਼ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ। नॉर्दर्न सेक्टर में हाल ही में हुए इंडो चाइना स्टैंड ऑफ से भी आप अच्छी तरह परिचित हैं। कोविड जैसे संकट के समय में चीन का यह रवैया उस देश की नीयत को दर्शाता है। यह एक नया भारत है जो किसी भी तरह के ट्रांसग्रेशन, एग्रेशन या सीमाओं पर किसी तरह के यूनिलैटरल एक्शन का माकूल और मुकम्मल जवाब देने की कुव्वत रखता है। ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਦੇ ਵਿੱਚ ਆਸਟ੍ਰੇਲੀਆ ਦੇ ਨਿਵੇਸ਼ ਦੇ ਬੇਸ਼ੁਮਾਰ ਮੌਕੇ ਨੇ ਕਿਉਂਕਿ ਭਾਰਤ ਨੇ ਵਿਦੇਸ਼ੀ ਸਿੱਧੇ ਨਿਵੇਸ਼ ਦੇ ਨਿਯਮਾਂ ਨੂੰ ਨਰਮ ਕੀਤਾ ਤੇ ਵੱਖ-ਵੱਖ ਖੇਤਰਾਂ ਨੂੰ ਨਿਵੇਸ਼ ਦੇ ਲਈ ਖੋਲ੍ਹਿਆ। ਭਾਰਤ ਆਸਟ੍ਰੇਲੀਆ ਦੁਵੱਲੇ ਆਰਥਿਕ ਤੇ ਵਪਾਰ ਸੰਬੰਧ ਵਧਾਉਣ ਬਾਰੇ CII ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਗੋਇਲ ਨੇ ਕਿਹਾ ਕਿ ਭਾਰਤ ਨੇ ਵਧੇਰੇ ਨਿਵੇਸ਼ ਦੇ ਲਈ ਖੇਤੀਬਾੜੀ ਖੇਤਰ ਖੋਲ੍ਹਿਆ ਹੈ ਤਾਂ ਜੋ ਫੂਡ ਪ੍ਰੋਸੈਸਿੰਗ ਤੇ ਇਸ ਦੇ ਨਾਲ ਸੰਬੰਧਿਤ ਹੋਰ ਸਨਅਤਾਂ ਵਿੱਚ ਨਿਵੇਸ਼ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਮੌਕੇ ਭਾਰਤ ਆਸਟ੍ਰੇਲੀਆ ਆਰਥਿਕ ਨੀਤੀ ਰਿਪੋਰਟ ਵੀ ਜਾਰੀ ਕੀਤੀ। ਮੰਤਰੀ ਨੇ ਕਿਹਾ ਕਿ ਭਾਰਤ ਲਗਾਤਾਰ ਸਿੱਧਾ ਨਿਵੇਸ਼ ਦੀ ਨੀਤੀਆਂ ਨੂੰ ਵਧੇਰੇ ਸੁਵਿਧਾਜਨਕ ਬਣਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਪੁਲਾੜ, ਪਰਮਾਣੂ ਊਰਜਾ ਅਤੇ ਰੱਖਿਆ ਨਿਰਮਾਣ ਦੇ ਵਿੱਚ ਨਿਵੇਸ਼ ਦੇ ਲਈ ਚੰਗੇ ਮੌਕੇ ਨੇ। ਕੋਰੋਨਾ ਦੇ ਟੀਕਾਕਰਨ ਦੀਆਂ ਚੱਲ ਰਹੀਆਂ ਤਿਆਰੀਆਂ ਦਰਮਿਆਨ ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਕੋਵਿਡ-19 ਦਾ ਟੀਕਾ ਲਗਵਾਉਣਾ ਵਿਅਕਤੀ ਦੀ ਸਵੈ ਇੱਛਾ ਤੇ ਨਿਰਭਰ ਕਰੇਗਾ। ਇਸੇ ਦੌਰਾਨ ਸਿਹਤ ਮੰਤਰਾਲਾ ਨੇ ਸਲਾਹ ਦਿੱਤੀ ਹੈ ਕਿ ਕੋਵਿਡ-19 ਤੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਟੀਕੇ ਦੀ ਪੂਰੀ ਡੋਜ਼ ਲੈਣੀ ਚਾਹੀਦੀ ਹੈ ਕਿਉਂਕਿ ਇਸ ਦੇ ਨਾਲ ਬਿਮਾਰੀ ਦੇ ਖਿਲਾਫ ਐਂਟੀਬਾਡੀ ਸਮਰੱਥਾ ਵਿਕਸਿਤ ਹੋਵੇਗੀ। ਮੰਤਰਾਲਾ ਨੇ ਕਿਹਾ ਕਿ ਟੀਕੇ ਦੀ ਦੂਜੀ ਡੋਜ਼ ਲੈਣ ਤੋਂ 2 ਹਫ਼ਤੇ ਬਾਅਦ ਸਰੀਰ ਦੇ ਵਿੱਚ ਐਂਟੀਬਾਡੀਜ਼ ਦਾ ਸੁਰੱਖਿਆ ਪੱਧਰ ਤਿਆਰ ਹੁੰਦਾ ਹੈ। ਮੰਤਰਾਲਾ ਨੇ ਟੀਕੇ ਬਾਰੇ ਚੱਲ ਰਹੇ ਸ਼ੰਕਿਆ ਦਾ ਹੱਲ ਸਵਾਲਾਂ ਜਵਾਬਾਂ ਦੇ ਰੂਪ ਵਿੱਚ ਜਾਰੀ ਕੀਤਾ ਹੈ। ਮੰਤਰਾਲਾ ਨੇ ਕਿਹਾ ਕਿ ਭਾਰਤ ਦੇ ਵਿੱਚ ਲੱਗਣ ਵਾਲਾ ਟੀਕਾ ਉਨਾ ਹੀ ਅਸਰਦਾਰ ਹੋਵੇਗਾ ਜਿੰਨਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਵਿਕਸਿਤ ਕੀਤੇ ਟੀਕੇ। ਮੰਤਰਾਲਾ ਨੇ ਕਿਹਾ ਕਿ ਪਹਿਲੇ ਪੜਾਅ ਤਹਿਤ ਕੋਵਿਡ ਟੀਕਾ ਵਧੇਰੇ ਖਤਰੇ ਵਾਲੇ ਤਰਜੀਹੀ ਗਰੁੱਪਾਂ ਨੂੰ ਲਗਾਇਆ ਜਾਵੇਗਾ। ਟੀਕਿਆਂ ਦੇ ਟ੍ਰਾਇਲ ਅੰਤਿਮ ਸਟੇਜ ਤੇ ਨੇ ਅਤੇ ਸਰਕਾਰ ਕੋਵਿਡ-19 ਦੇ ਟੀਕੇ ਦੀ ਸ਼ੁਰੂਆਤ ਦੀ ਤਿਆਰੀਆਂ ਕਰ ਰਹੀ ਹੈ। ਪਹਿਲਾ ਹੀ ਟੀਕਾ ਸਿਹਤ ਕਾਮਿਆਂ ਤੇ ਮੋਰਲੀ ਕਤਾਰ ਦੇ ਵਰਕਰਸ ਨੂੰ ਲਗਾਇਆ ਜਾਵੇਗਾ। ਇਸ ਤੋਂ ਬਾਅਦ 50 ਸਾਲ ਦੀ ਉਮਰ ਦੇ ਵਿਅਕਤੀਆਂ ਅਤੇ 50 ਸਾਲ ਤੋਂ ਘੱਟ ਹੋਰ ਬਿਮਾਰੀਆਂ ਦੇ ਨਾਲ ਗ੍ਰਸਤ ਵਿਅਕਤੀਆਂ ਨੂੰ ਲਗਾਇਆ ਜਾਵੇਗਾ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਉੱਤਰੀ ਪੂਰਬੀ ਰਾਜਾਂ ਦੇ ਵਿੱਚ ਸੈਰ ਸਪਾਟਾ ਦੀ ਅਥਾਹ ਸੰਭਾਵਨਾਵਾਂ ਦਾ ਪੂਰਾ ਲਾਹਾ ਲੈਣ ਦਾ ਸੱਦਾ ਦਿੰਦਿਆਂ ਇਸ ਖੇਤਰ ਦੇ ਵਿੱਚ ਹਵਾਈ ਸੰਪਰਕ ਸੁਧਾਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਸੁਖਾਵਾਂ ਸੈਰ ਸਪਾਟਾ ਤੇ ਸੱਭਿਆਚਾਰਕ ਸੈਰ ਸਪਾਟਾ ਉੱਤਰੀ ਪੂਰਬੀ ਖੇਤਰ ਦੇ ਵਿੱਚ ਵਿਕਾਸ ਦਾ ਮੁੱਖ ਆਧਾਰ ਬਣ ਸਕਦਾ ਹੈ ਜੇ ਸੈਰ ਸਪਾਟੇ ਦੀਆਂ ਸੰਭਾਵਨਾਵਾਂ ਦਾ ਪੂਰਾ ਲਾਭ ਲਿਆ ਜਾਵੇ। ਹਵਾਈ ਸੰਪਰਕ ਅਤੇ ਸੈਰ ਸਪਾਟੇ ਦੇ ਨਾਲ ਸੰਬੰਧਿਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੇ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਨਾਇਡੂ ਨੇ ਕਿਹਾ ਕਿ ਇਸ ਖੇਤਰ ਦੇ ਵਿੱਚ ਹਵਾਈ ਸੰਪਰਕ ਦੇ ਵਿੱਚ ਸੁਧਾਰ ਨਾਲ ਹੀ ਸੈਲਾਨੀਆਂ ਦੀ ਆਮਦਨ ਵਧੇਗੀ। ਉਪ ਰਾਸ਼ਟਰਪਤੀ ਨੇ ਹਰ ਸਾਲ ਵਿਦੇਸ਼ੀ ਯਾਤਰਾ ਕਰਨ ਵਾਲੇ 2 ਕਰੋੜ 60 ਲੱਖ ਸੈਲਾਨੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੋਈ ਵੀ ਇਹ ਅਨੁਮਾਨ ਲਗਾ ਸਕਦਾ ਹੈ ਕਿ ਕੋਵਿਡ-19 ਤੋਂ ਬਾਅਦ ਦੇ ਸਮੇਂ ਵਿੱਚ ਉਨ੍ਹਾਂ ਵਿੱਚੋਂ ਬਹੁਤੇ ਲੋਕਲ ਯਾਤਰਾ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਘਰੇਲੂ ਯਾਤਰੀਆਂ ਦੇ ਲਈ ਉੱਤਰ ਪੂਰਬੀ ਰਾਜਾਂ ਦੇ ਸੈਰ ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਦਾ ਵੱਡਾ ਮੌਕਾ ਹੈ। ਇਸ ਮੌਕੇ ਮਿਜ਼ੋਰਮ ਦੇ ਰਾਜਪਾਲ PS ਸ਼੍ਰੀਧਰਨ ਪਿੱਲੇ ਦੁਆਰਾ ਲਿਖੀ ਪੁਸਤਕ ਉਹ ਮਿਜ਼ੋਰਮ ਨੂੰ ਵਰਚੁਅਲ ਮਾਧਿਅਮ ਰਾਹੀਂ ਰਿਲੀਜ਼ ਕਰਦਿਆਂ ਉਪ ਰਾਸ਼ਟਰਪਤੀ ਨੇ ਇਸ ਖੇਤਰ ਦੀ ਕੁਦਰਤੀ ਸੁੰਦਰਤਾ ਦੀ ਸ਼ਲਾਘਾ ਕੀਤੀ। ਜੰਮੂ ਕਸ਼ਮੀਰ ਵਿੱਚ ਜ਼ਿਲ੍ਹਾ ਵਿਕਾਸ ਕੌਂਸਲ ਦੇ 28 ਹਲਕਿਆਂ ਦੇ ਲਈ 8ਵੇਂ ਅਤੇ ਆਖਰੀ ਪੜਾਅ ਤਹਿਤ ਵੋਟਾਂ ਪਾਉਣ ਦਾ ਕੰਮ ਜਾਰੀ ਹੈ। ਇਨ੍ਹਾਂ ਹਲਕਿਆਂ ਦੇ ਵਿੱਚ ਜੰਮੂ ਡਿਵੀਜ਼ਨ ਦੇ 15 ਤੇ ਕਸ਼ਮੀਰੀ ਘਾਟੀ ਦੇ 13 ਹਲਕੇ ਸ਼ਾਮਲ ਨੇ। ਆਜ਼ਾਦ ਤੇ ਨਿਰਪੱਖ ਵੋਟਾਂ ਪਾਉਣ ਦੇ ਲਈ ਵੱਡੇ ਪੱਧਰ ਤੇ ਸੁਰੱਖਿਆ ਪ੍ਰਬੰਧਾਂ ਦਾ ਬੰਦੋਬਸਤ ਕੀਤਾ ਗਿਆ ਹੈ। ਜ਼ਿਲ੍ਹਾ ਵਿਕਾਸ ਕੌਂਸਲਾਂ ਦੇ 8ਵੇਂ ਗੇੜ ਤਹਿਤ 168 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ। ਇਨ੍ਹਾਂ ਉਮੀਦਵਾਰਾਂ ਦੇ ਵਿੱਚ 122 ਪੁਰਸ਼ ਅਤੇ 46 ਮਹਿਲਾ ਉਮੀਦਵਾਰ ਨੇ। ਸੂਬਾ ਚੋਣ ਕਮਿਸ਼ਨ ਵੱਲੋਂ ਸਥਾਪਿਤ ਕੀਤੇ 1703 ਪੋਲਿੰਗ ਬੂਥਾਂ ਤੇ 6,40,443 ਵੋਟਰ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰ ਰਹੇ ਨੇ। ਹੁਣ ਤੱਕ ਹੋਏ 7 ਗੇੜਾਂ ਦੇ ਮਤਦਾਨ ਦੌਰਾਨ ਵੋਟਰਾਂ ਨੇ ਵੱਡੀ ਗਿਣਤੀ ਦੇ ਵਿੱਚ ਮਤਦਾਨ ਕੀਤਾ ਹੈ। 7ਵੇਂ ਗੇੜ ਤਹਿਤ ਹੋਏ ਮਤਦਾਨ ਦੇ ਵਿੱਚ ਰਿਕਾਰਡ ਮਤਦਾਨ ਹੋਇਆ ਸੀ ਜੋ ਪਹਿਲੇ 6 ਗੇੜਾਂ ਦੇ ਮਤਦਾਨ ਤੋਂ ਸਭ ਤੋਂ ਵੱਧ ਸੀ। ਸੂਬਾ ਚੋਣ ਕਮਿਸ਼ਨਰ KK ਸ਼ਰਮਾ ਨੇ ਲੋਕਾਂ ਨੂੰ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਵਾਉਣ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।